Morning students. Today I am come with this video disasters management ਇਹਦਾ मतलब ਕੀ ਹੁੰਦਾ आपदा प्रबंधन lesson number 8 class 8th. This is the first part of this video. In this video I will discussing about to the a very short question answer and fully explain this chapter, so you will be a continuous with me and watch this video till end. Start with this chapter. डिसैਸटर मैनेजमेंट डिसैਸटर मैनेजमेंट की ਹੁੰਦੀ ਆ आपदा ਪ੍ਰਬੰਧਨ ਵੀ ਜਿਹੜੇ ਮੈਨਸ ਨੇ ਜਿਸ ਹਿਸਾਬ ਨਾਲ ਉਹ ਰਹਿ ਰਹੇ ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਕੀ ਆ ਕਈ ਤਰ੍ਹਾਂ ਦਾ ਪ੍ਰੋਬਲਮਸ ਨੂੰ ਫੇਸ ਆਊਟ ਕਰਨਾ ਪੈ ਰਿਹਾ ਵਾ ਜਿਵੇਂ ਜਿਵੇਂ ਉਹ ਆਪਣੀ ਡਿਵੈਲਪਮੈਂਟ ਨੂੰ ਵਧਾ ਰਹੇ ਨੇ ਤਾਂ ਉਸੇ ਤਰੀਕੇ ਨਾਲ ਇਹਨਾਂ ਦੀ ਜਿਹੜਾ ਪ੍ਰੋਬਲਮਸ ਨੇ ਜਿਹੜੀਆਂ ਹਿਊਮਨਸ ਦੀਆਂ ਪ੍ਰੋਬਲਮਸ ਨੇ ਉਹ ਵੱਧਦੀਆਂ ਜਾ ਰਹੀਆਂ ਨੇ। ਜਿਹੜਾ ਮੈਨ ਆ ਉਹ ਕੀ ਆ ਚਾਹੁੰਦਾ ਵਾ ਕਿ ਉਹ ਹਰੇਕ ਜਿਹੜਾ ਡੇਂਜਰ ਆ ਉਹਨੂੰ ਆਪਣਾ ਗੁਲਾਮ ਬਣਾ ਲਵੇ, ਪਰ ਇਹ ਚੀਜ਼ਾਂ ਜੇਕਰ ਉਹ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਵਾ ਤਾਂ ਇਹ ਹੋਰ ਵੀ ਜ਼ਿਆਦਾ ਵੱਧਦੀਆਂ ਨੇ ਤੇ ਭਿਅੰਕਰ ਰੂਪ ਧਾਰਨ ਕਰ ਲੈਂਦੀਆਂ ਨੇ ਤੇ ਇਹਦਾ ਕਈ ਡੇਂਜਰਸ ਐਕਸੀਡੈਂਟਸ ਵੀ ਹੁੰਦੇ ਆ। ਤਾਂ ਜਿਹੜੇ ਇਹ ਚੀਜ਼ਾਂ ਹੁੰਦੀਆਂ ਨੇ ਉਹਨੂੰ ਅਸੀਂ ਕੀ ਕਹਿੰਦੇ ਆ ਡਿਜ਼ਾਸਟਰਸ ਕਹਿੰਦੇ ਆ। ਤੇ ਡਿਜ਼ਾਸਟਰਸ ਨੂੰ ਜਿਹੜੀਆਂ ਹਾਈ ਲੈਵਲ ਡਿਸਟ੍ਰੈਕਸ਼ਨ ਹੁੰਦੀਆਂ ਨੇ, ਯਾਨੀ ਕਿ ਜਿਹੜੇ ਮਨੁੱਖਾਂ ਦੁਆਰਾ ਜਿਹੜੀਆਂ ਕੀਤੀਆਂ ਜਾਣ ਵਾਲੀਆਂ ਆਪਦਾਵਾਂ ਨੇ ਉਹ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਨੇ। ਪਰ ਜਿਹੜੀਆਂ ਅਸੀਂ ਆਪਦਾਵਾਂ ਨੇ ਉਹ ਦੋ ਤਰੀਕੇ ਦੀਆਂ ਵੰਡੀਆਂ ਗਈਆਂ ਨੇ। ਡਿਜ਼ਾਸਟਰਸ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਨੈਚੁਰਲ ਡਿਜ਼ਾਸਟਰਸ, ਇੱਕ ਮੈਨ ਮੇਡ ਡਿਜ਼ਾਸਟਰ। ਨੈਚੁਰਲ ਡਿਜ਼ਾਸਟਰਸ ਦਾ ਸਮਝ ਲੈਣਾ ਵੀ ਜਿਹੜੇ ਕੁਦਰਤ ਦੁਆਰਾ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚ ਅਸੀਂ ਰੋਕ ਵੀ ਨਹੀਂ ਸਕਦੇ ਹੈਗੇ, ਤਾਂ ਉਹਨੂੰ ਅਸੀਂ ਨੈਚੁਰਲ ਡਿਜ਼ਾਸਟਰਸ ਕਹਿੰਦੇ ਹਾਂ। ਤੇ ਮੈਨ ਮੇਡ ਜਿਹੜਾ ਕਿ ਬੰਦਿਆਂ ਦੁਆਰਾ ਬਣਾਈਆਂ ਜਾਂਦੀਆਂ ਨੇ ਤੇ ਜਿਸ ਕਰਕੇ ਬੰਦੇ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਆਊਟ ਕਰਨੀਆਂ ਪੈਂਦੀਆਂ ਨੇ। ਆ ਜਿਹੜੀ ਡਾਇਗਰਾਮ ਆ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜਿਵੇਂ ਨੈਸ਼ਨਲ ਡਿਜ਼ਾਸਟਰਸ ਕਿਵੇਂ ਹੋ ਗਿਆ, ਅਰਥਕੁਇਕ ਜਿਹੜੀਆਂ ਕੁਦਰਤ ਦੁਆਰਾ ਹੀ ਹੁੰਦੀ ਆ, ਵੋਲਕੈਨੋ ਜਿਵੇਂ ਕਿ ਜਵਾਲਾਮੁਖੀ ਫਟਦੇ ਆ, ਸੁਨਾਮੀ ਜਿਹੜੀਆਂ ਸੁਨਾਮੀਆਂ ਆ ਜਾਂਦੀਆਂ ਨੇ, ਨੈਕਸਟ ਜਿਹੜਾ ਫਲੱਡ ਆ, ਸਾਈਕਲੋਨ ਨੇ, ਲੈਂਡਸਲਾਈਡਿੰਗ ਆ, ਡਸਟ ਆ, ਇਹ ਸਾਰੀਆਂ ਚੀਜ਼ਾਂ ਕੀ ਨੇ ਇਹ ਨੈਚੁਰਲ ਡਿਜ਼ਾਸਟਰਸ ਨੇ ਵੀ ਜਿਹੜੀਆਂ ਕੁਦਰਤ ਦੁਆਰਾ ਹੁੰਦੀਆਂ ਨੇ। ਤੇ ਜਿਹੜੀਆਂ ਮੈਨ ਮੇਡ ਨੇ ਜਿਵੇਂ ਬੰਬ ਐਕਸਪਲੋਜ਼ਨ ਹੋ ਗਿਆ, ਟੈਰਰਿਜ਼ਮ ਹੋ ਗਿਆ, ਵਾਰਸ ਹੋ ਗਈਆਂ, ਜਾਂ ਫਿਰ ਲੀਕੇਜ ਹੋ ਗਿਆ ਕਿਸੇ ਕੈਮੀਕਲ ਇੰਡਸਟਰੀਜ਼ ਦੇ ਵਿੱਚ, ਡੈਮਸ ਦਾ ਟੁੱਟਣਾ ਹੋ ਗਿਆ, ਜਾਂ ਕੀ ਆ ਜਿਹੜੀਆਂ ਸਾਡੇ ਲੈਂਡਸ ਨੇ ਉਹਨਾਂ ਨੂੰ ਖਰਾਬ ਕਰਨਾ, ਇੰਡਸਟਰੀਅਲ ਐਕਟੀਵਿਟੀਜ਼ ਹੋ ਗਈਆਂ, ਜਾਂ ਅਪੈਂਡਮਿਕਸ ਹੋ ਗਈਆਂ, ਇਹ ਸਾਰੀਆਂ ਜਿਹੜੀਆਂ ਨੇ ਇਨ ਮੈਨ ਮੇਡ ਡਿਜ਼ਾਸਟਰਸ ਨੇ। ਫਸਟ ਜਿਹੜੀ ਡਿਜ਼ਾਸਟਰ ਆ ਜਿਹੜੀ ਕਿ ਨੈਚੁਰਲ ਡਿਜ਼ਾਸਟਰ ਆ ਉਹਦੀ ਗੱਲ ਕਰਦੇ ਹਾਂ। ਜਿਵੇਂ ਅਰਥਕੁਇਕ ਆ, ਅਰਥਕੁਇਕ ਕੀ ਹੁੰਦੀ ਆ ਵੀ ਇੱਕ ਸਡਨ ਮੂਵਮੈਂਟ ਜਾਂ ਫਿਰ ਜਿਹੜੀ ਆ ਅਰਥ ਆ ਉਹ ਸ਼ੇਕ ਹੋ ਜਾਵੇ ਜਾਂ ਉਹ ਹਿੱਲਣ ਲੱਗ ਜਾਵੇ, ਉਹਨੂੰ ਅਸੀਂ ਕਹਿੰਦੇ ਆ ਅਰਥਕੁਇਕ ਕਹਿੰਦੇ ਆ। ਇਹ ਕੀ ਆ ਇੰਟੈਂਸਿਟੀ ਆ, ਜਿਵੇਂ ਇਹ ਏਰੀਆ ਕੀ ਆ ਵੱਧਦਾ ਰਹਿੰਦਾ ਵਾ, ਜਿਵੇਂ ਅਰਥਕੁਇਕ ਵੱਧਦਾ ਰਹਿੰਦਾ ਵਾ ਤਾਂ ਹਿੱਲਣ ਜੁਲਣ ਜ਼ਿਆਦਾ ਵੱਧਦਾ ਰਹਿੰਦਾ, ਤਾਂ ਇਹਦੇ ਨਾਲ ਕੀ ਆ ਜਿਹੜੀ ਤਬਾਹੀ ਆ ਜਾਂ ਤੁਸੀਂ ਕਹਿ ਦਿਓ ਡਿਸਟ੍ਰੈਕਸ਼ਨ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। ਤਾਂ ਇਹਨੂੰ ਮਾਪਣ ਦੇ ਲਈ ਦੋ ਸਕੇਲਸ ਬਣਾਏ ਗਏ ਨੇ, ਇੱਕ ਰਿਚਰ ਸਕੇਲ ਆ, ਇੱਕ ਹੈਗਾ ਵਾ ਮੈਰੇ ਸੈਲਸੀਅਸ ਸਕੇਲਸ। ਇਹ ਤੁਸੀਂ ਦੋ ਸਕੇਲ ਯਾਦ ਰੱਖਣੇ। ਰਿਚਰ ਸਕੇਲ ਕੀ ਆ, ਓਪਨ ਸਕੇਲ ਆ ਜਿਹੜਾ ਕਿ ਇਹ ਦੱਸਦਾ ਵਾ ਵੀ ਧਰਤੀ ਵਿੱਚ ਜਿਹੜਾ ਅਰਥਕੁਇਕ ਦੀ ਇੰਟੈਂਸਿਟੀ ਆ ਉਹ ਕਿੰਨੀ ਆ। ਇਹ ਅਰਥਕੁਇਕ ਨੂੰ ਮੈਜ਼ਰ ਕਰਨ ਦੇ ਲਈ ਇੱਕ ਰਿਚਰ ਸਕੇਲ ਬਣਾਇਆ ਗਿਆ ਤੇ ਇਹਦੀ ਇੰਟੈਂਸਿਟੀ ਕੀ ਆ 4 ਰਿਚਰ ਸਕੇਲਸ ਦੀ ਹੁੰਦੀ ਆ। ਨੈਕਸਟ ਹੈਗਾ ਵਾ ਮੈਰੀਸੀਲ ਸਕੇਲਸ। ਇਹ ਸਕੇਲ ਕੀ ਆ, ਇਹ ਸਾਨੂੰ ਇਹ ਦੱਸਦਾ ਵਾ ਵੀ ਜਿਹੜਾ ਅਰਥਕੁਇਕ ਆ ਉਹਨੇ ਕਿੰਨਾ ਜ਼ਿਆਦਾ ਡੈਮੇਜ ਕ੍ਰੀਏਟ ਕੀਤਾ ਹੋਇਆ ਵਾ। ਤਾਂ ਇਹਦੇ ਵਿੱਚ ਵੰਡਿਆ ਗਿਆ ਜਿਵੇਂ 1 to 12। 1 ਦਾ ਮਤਲਬ ਆ ਵੀ ਨੋ ਲਾਸ ਵੀ ਜਾਂ ਬਹੁਤ ਘੱਟ ਮਾਤਰਾ ਵਿੱਚ ਲਾਸ ਹੋਇਆ ਹੋਵੇ, ਤੇ 12 ਤੱਕ ਦਾ ਮਤਲਬ ਵੀ ਸਭ ਕੁਝ ਹੀ ਤਬਾਹ ਕਰ ਦਿੱਤਾ। ਵੀ ਜਿਹੜਾ ਅਰਥਕੁਇਕ ਆ ਉਹ ਕੀ ਆ ਇੰਟਰਨਲ ਮੂਵਮੈਂਟ ਹੁੰਦੀ ਆ ਅਰਥ ਦੀ, ਵੀ ਜਿਹੜਾ ਅੰਦਰਲੀ ਧਰਤੀ ਦੀ ਮੂਵਮੈਂਟ ਹੁੰਦੀ ਆ ਇਹ ਕੀ ਆ ਸ਼ਿਫਟ ਕਰਦੀ ਆ ਜਿਹੜੀਆਂ ਆਪਣੀਆਂ ਪਲੇਟਸ ਹੁੰਦੀਆਂ ਨੇ, ਜਦੋਂ ਦੀਆਂ ਪਲੇਟਸ ਸ਼ਿਫਟ ਅਪ ਹੁੰਦੀਆਂ ਨੇ ਤਾਂ ਉਹਦੇ ਕਰਕੇ ਇੱਕ ਵੱਡੀ ਸਾਰੀ ਵੇਵਸ ਬਣਦੀਆਂ ਨੇ, ਉਹਨੂੰ ਕੀ ਕਿਹਾ ਜਾਂਦਾ ਸਮੋਸਫਿਕ ਫੋਕਸ ਵੀ ਕਿਹਾ ਜਾਂਦਾ ਵਾ। ਤੇ ਇਹ ਜਿਹੜੀ ਹੁੰਦੀ ਹੈ ਅਰਥਕੁਇਕ ਜਿਹਦਾ ਇੱਕ ਰੂਪ ਧਾਰਨ ਕਰ ਲੈਂਦੀ ਹੈ ਜਿਹੜੀ ਕਿ ਸਮੈਸੋਫਿਕ ਫੋਰਸ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਆ ਐਪਲੋਮੀਟਸ ਵੀ ਕਿਹਾ ਜਾਂਦਾ ਵਾ। ਐਪਲੋਮੀਟਰਸ ਕੀ ਆ, ਇਹ ਏਰੀਆ ਜਿਹੜਾ ਇਫੈਕਟ ਹੁੰਦਾ ਵਾ ਅਰਥਕੁਇਕ ਦੇ ਨਾਲ ਉਹਨੂੰ ਕੀਤਾ ਜਾਂਦਾ। ਅਰਥਕੁਇਕ ਦੀ ਸਟੱਡੀ ਕਰਨ ਨੂੰ ਅਸੀਂ ਕੀ ਕਹਿੰਦੇ ਆ ਸਿਸਮੋਲੋਜੀ। ਇਹ ਵੀ ਯਾਦ ਰੱਖਣਾ ਵੀ ਅਰਥਕੁਇਕ ਦੀ ਸਟੱਡੀ ਨੂੰ ਅਸੀਂ ਕਹਿੰਦੇ ਆ ਸਿਸਮੋਲੋਜੀ ਕਿਹਾ ਜਾਂਦਾ ਵਾ। ਤੇ ਜਿਹੜਾ ਇਹਦਾ ਡਿਵਾਈਸ ਆ ਜਿਹਦੇ ਵਿੱਚ ਸਾਰਾ ਕੁਝ ਰਿਕਾਰਡ ਕੀਤਾ ਜਾਂਦਾ ਉਹਨੂੰ ਸਿਸਮੋਗ੍ਰਾਫ ਕਿਹਾ ਜਾਂਦਾ ਵਾ, ਜਾਂ ਅਰਥਕੁਇਕ ਮੈਜ਼ਰ ਇੰਸਟਰੂਮੈਂਟਸ ਕਿਹਾ ਜਾਂਦਾ ਵਾ। ਹੋਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਜਿਵੇਂ ਕਿ 2/3 ਪਾਰਟਸ ਜਿਹੜਾ ਟੋਟਲ ਅਰਥਕੁਇਕ ਦਾ ਏਰੀਆ ਵਾ ਉਹਨੂੰ ਅਸੀਂ ਕਹਿੰਦੇ ਆ ਰਿੰਗ ਆਫ ਫਾਇਰ ਕਿਹਾ ਜਾਂਦਾ, ਜਿਹੜਾ ਕਿ ਪੈਸੀਫਿਕ ਓਸ਼ਨ ਦੇ ਵਿੱਚ ਜ਼ਿਆਦਾਤਰ ਮਿਲਦਾ ਵਾ। ਹਿਮਾਲਿਆ ਤੇ ਐਪਲਸ ਜਿਹੜੀਆਂ ਅਰਥਕੁਇਕ ਦੇ ਜ਼ੋਨ ਦੇ ਵਿੱਚ ਆਉਂਦੇ ਆ, ਕਸ਼ਮੀਰ ਤੇ ਵੈਸਟ ਹਿਮਾਲਿਆ ਤੇ ਮਿਡਲ ਹਿਮਾਲਿਆ, ਇਹ ਸਾਰੇ ਪਲੇਨ ਜਿਹੜਾ ਇੰਡੀਆ ਦੇ ਵਿੱਚ ਆ ਇਹ ਵੀ ਜਿਹੜਾ ਅਰਥਕੁਇਕ ਦੇ ਹਾਇਰ ਜ਼ੋਨ ਦੇ ਵਿੱਚ ਆਉਂਦਾ ਵਾ। ਨੈਕਸਟ ਹੈਗਾ ਜਿਵੇਂ ਅਰਥਕੁਇਕ ਆਉਂਦੀ ਆ ਤੁਹਾਨੂੰ ਪਤਾ ਵਾ ਇਹ ਸਡਨ ਮੂਵਮੈਂਟ ਹੁੰਦੀ ਹੈ, ਇਹਦੇ ਨਾਲ ਕਾਫੀ ਚੀਜ਼ਾਂ ਦਾ ਲਾਸ ਹੁੰਦਾ, ਜਿਵੇਂ ਕਿ ਸਾਡੇ ਰੋਡਸ ਦਾ ਹੋ ਗਿਆ, ਡੈਮਸ ਦਾ ਹੋ ਗਿਆ, ਬ੍ਰਿਜਸ ਦਾ ਹੋ ਗਿਆ, ਹਾਊਸਿਸ ਦਾ ਹੋ ਗਿਆ। ਤਾਂ ਇਹ ਕਈ ਚੀਜ਼ਾਂ ਦੀ ਇਹਦੇ ਵਿੱਚ ਪ੍ਰੋਬਲਮ ਹੁੰਦੀ ਆ। ਇਹਦੇ ਪ੍ਰੋਟੈਕਸ਼ਨ ਸਾਨੂੰ ਕੀ ਕਰਨੇ ਚਾਹੀਦੇ ਆ, ਜਦੋਂ ਕਦੇ ਵੀ ਅਰਥਕੁਇਕ ਆਵੇ ਤਾਂ ਸਾਨੂੰ ਕੀ ਹੈ ਖੁੱਲੀ ਜਗ੍ਹਾ ਦੇ ਉੱਤੇ ਜਾਣਾ ਚਾਹੀਦਾ ਵਾ,
ਕਿਸੇ ਚੀਜ਼ ਦੇ ਨੀਚੇ ਛੁਪ ਕੇ ਰਹਿਣਾ ਚਾਹੀਦਾ ਵਾ। ਅਰਥਕੁਇਕ ਆਉਣ ਦੇ ਉੱਤੇ ਕੀ ਆ ਆਪਣਾ ਸਾਰਾ ਕੁਝ ਛੱਡ ਕੇ ਕਿਤੇ ਸੇਫ ਜੀ ਜਗ੍ਹਾ ਦੇ ਉੱਤੇ ਜਾਓ, ਜਾਂ ਕੀ ਆ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਭੀੜ ਭਾੜ ਜਾਂ ਕਿਸੇ ਵੀ ਇਮਾਰਤ ਦੇ ਥੱਲੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਵੋਲਕੈਨੋ ਐਕਟੀਵਿਟੀਜ਼ ਕੀ ਹੁੰਦੀਆਂ ਹੈ? ਇੰਟੀਰੀਅਰ ਪਾਰਟ ਹੁੰਦਾ ਵਾ ਅਰਥ ਦਾ, ਜਿਹੜਾ ਕਿ ਕਾਫੀ ਹੌਟੈਸਟ ਹੁੰਦਾ ਵਾ। ਇਹਦਾ ਜਦੋਂ ਟੈਂਪਰੇਚਰ ਜ਼ਿਆਦਾ ਵਧਣ ਲੱਗ ਜਾਂਦਾ ਵਾ ਰੌਕਸ ਦੇ ਵਿੱਚ, ਇਹ ਰੌਕ ਦੇ ਇਨਸਾਈਡ ਹੁੰਦਾ ਵਾ, ਤਾਂ ਇਹ ਕੀ ਆ ਫਟ ਕੇ ਬਾਹਰ ਆਉਂਦਾ ਵਾ। ਤਾਂ ਇਹਨੂੰ ਅਸੀਂ ਕਹਿੰਦੇ ਹਾਂ ਇੱਕ ਲਾਵਾ ਜਿਹਾ ਨਿਕਲ ਕੇ ਆਉਂਦਾ ਰੈੱਡ ਕਲਰਸ ਦਾ, ਉਹਨੂੰ ਅਸੀਂ ਲਾਵਾ ਕਹਿੰਦੇ ਹਾਂ। ਅਤੇ ਲਾਵਾ ਜਿਹੜਾ ਵਾ ਅਰਥ ਸਰਫੇਸ ਦੇ ਵਿੱਚੋਂ ਨਿਕਲਦਾ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਵਾਲਕੈਨੋ ਕਹਿੰਦੇ ਹਾਂ। ਅਤੇ ਵਾਲਕੈਨੋ ਜਿਹੜੇ ਹੁੰਦੇ ਆ ਉਹ ਡਿਫਰੈਂਟ ਤਰ੍ਹਾਂ ਦੇ ਲਾਵਾ ਪ੍ਰੋਡਿਊਸ ਕਰਦੇ ਆ। ਕਈ ਵਾਰ ਜ਼ਿਆਦਾ ਮੋਟੇ ਹੁੰਦੇ, ਕਈ ਵਾਰ ਜ਼ਿਆਦਾ ਪਤਲੇ ਹੁੰਦੇ ਆ, ਪਰ ਜਦੋਂ ਇਹ ਬਲਾਸਟ ਕਰਦੇ ਆ ਤਾਂ ਇਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਪੋਇਜ਼ਨਸ ਗੈਸਿਸ ਨਿਕਲਦੀਆਂ ਨੇ, ਜਿਹੜੇ ਕਿ ਕਈ ਏਰੀਆ ਤੱਕ ਫੈਲ ਸਕਦੀਆਂ ਨੇ, ਅਤੇ ਉੱਥੇ ਦਾ ਕਈ ਏਰੀਆ ਉੱਥੋਂ ਤੱਕ ਦਾ ਖਾਲੀ ਵੀ ਕਰਾਉਣਾ ਪੈਂਦਾ ਵਾ। ਅਤੇ ਜਿਹੜੇ ਵਾਲਕੈਨੋ ਨੇ ਉਹ 3 ਟਾਈਪਸ ਦੇ ਵੰਡੇ ਗਏ ਨੇ। ਫਸਟ ਹੈਗਾ ਐਕਟਿਵ ਵਾਲਕੈਨੋ, ਜਿਹੜੇ ਹਲੇ ਵੀ ਚੱਲ ਰਹੇ ਨੇ, ਜਾਣੀ ਕਿ ਐਕਟਿਵ ਨੇ, ਉਹ ਕਦੇ ਵੀ ਫਟ ਸਕਦੇ ਆ। ਡਿਮੈਟਿਕਸ ਵਾਲਕੈਨੋ, ਜਿਹੜੇ ਕਿ ਸਮੁੰਦਰ ਦੇ ਨੀਚੇ ਦੱਬੇ ਹੋਣਗੇ, ਅਤੇ ਕੀ ਆ ਜ਼ਿਆਦਾਤਰ ਇਹ ਜ਼ਿਆਦਾ ਐਕਟਿਵ ਨਹੀਂ ਹੁੰਦੇ, ਅਤੇ ਕਈ ਆ ਕਾਫੀ ਲੰਬੇ ਸਮੇਂ ਤੱਕ ਇਹ ਕੀ ਆ ਚੁੱਪ ਜਿਹੇ ਜਾਂ ਫਿਰ ਕਹਿ ਦਿਓ ਸ਼ਾਂਤ ਜਿਹੇ ਰਹਿੰਦੇ ਹੁੰਦੇ ਆ। ਸਟੈਟਿਕ ਉਹ ਜਿਹੜੇ ਹੁੰਦੇ ਆ ਜਿਹੜੇ ਕਿ ਪਾਸਟ ਸਮੇਂ ਦੇ ਵਿੱਚ, ਜਾਣੀ ਕਿ ਇਹਨਾਂ ਦਾ ਸਿਗਨਲ ਹੁੰਦਾ ਵਾ, ਇਹਨੂੰ ਮਾਰਕ ਕੀਤਾ ਜਾਂਦਾ ਵਾਲਕੈਨੋ ਸਿਗਨਲ ਦੇ ਥਰੂ, ਬਟ ਇਹਨਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਵੀ ਇਹ ਕਿਸੇ ਹਿਸਟਰੀ ਦੇ ਵਿੱਚ ਵੀ ਇਹ ਕਦੀ ਕੀ ਹੋਣਗੇ ਐਕਟਿਵ ਹੋਏ ਹੋਣਗੇ। ਅਤੇ ਇਹਨਾਂ ਦੇ ਅੰਡਰ ਜਿਹੜਾ ਜ਼ੋਨ ਆਉਂਦਾ ਉਹਨੂੰ ਰਿੰਗ ਆਫ ਫਾਇਰ ਵੀ ਕਿਹਾ ਜਾਂਦਾ ਹੈ, ਪੈਸੀਫਿਕ ਓਸ਼ਨ ਦੇ ਵਿੱਚ ਆਉਂਦਾ ਵਾ। ਫਸਟ ਟਾਈਮ ਜਿਹੜਾ ਵਾਲਕੈਨੋ ਦਾ ਜਿਹੜਾ ਸੀਗਾ ਉਹ ਫਟਿਆ ਸੀਗਾ ਮੈਕਸੀਕੋ ਦੇ ਵਿੱਚ 1943 ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ ਵਾ। ਇਹਦੇ ਵਿੱਚ 750 ਸਕੁਅਰ ਕਿਲੋਮੀਟਰ ਦਾ ਏਰੀਆ ਖਾਲੀ ਕਰਵਾਉਣਾ ਪਿਆ ਸੀ, ਕਿਉਂਕਿ ਇਹਦੇ ਨਾਲ ਕਈ ਤਰ੍ਹਾਂ ਦੀ ਡੈਮੇਜਸ ਕ੍ਰੀਏਟਸ ਹੋਈਆਂ ਸੀ। ਨੈਕਸਟ ਹੈਗਾ ਸੁਨਾਮੀ ਕੀ ਹੁੰਦੀ ਹੈ? ਇੱਕ ਹਾਇਰ ਵੇਵਸ ਹੁੰਦੀਆਂ ਨੇ, ਜਾਣੀ ਕਿ ਤੇਜ਼ ਚੱਲ ਰਹੀਆਂ ਹਵਾਵਾਂ ਹੁੰਦੀਆਂ ਨੇ, ਜਿਨ੍ਹਾਂ ਦਾ ਅਰਥਕੁਇਕ ਤੇ ਵਾਲਕੈਨੋ ਜਾਂ ਲੈਂਡਸਲਾਈਡਿੰਗ ਤੋਂ ਜ਼ਿਆਦਾ ਪਾਵਰਫੁਲ ਹੁੰਦੀਆਂ ਨੇ। ਜਦੋਂ ਇਹ ਜ਼ਿਆਦਾ ਤੇਜ਼ੀ ਨਾਲ ਚੱਲਦੀਆਂ ਨੇ ਤਾਂ ਇਹ ਹਵਾਵਾਂ ਕੀ ਨੇ ਕਾਫੀ ਭਿਅੰਕਰ ਰੂਪ ਧਾਰਨ ਕਰ ਲੈਂਦੀਆਂ ਨੇ, ਤਾਂ ਇਹ ਕਈ ਤਰ੍ਹਾਂ ਦੀ ਡਿਸਟਿੰਕਸ਼ਨ ਕ੍ਰੀਏਟ ਕਰਦੀਆਂ ਨੇ। ਇਹ ਜ਼ਿਆਦਾਤਰ ਸੀ ਦੇ ਵਿੱਚੋਂ ਅਰਾਈਜ਼ ਹੁੰਦੀਆਂ ਨੇ। ਜਿਹੜਾ ਸੀ ਦੇ ਵਿੱਚ ਉੱਠਣ ਵਾਲਾ ਉਹ ਸੁਨਾਮੀ ਹੁੰਦੀ ਆ ਉਹ ਕਾਫੀ ਵੱਡੀ ਹੁੰਦੀ ਆ, ਅਤੇ ਕਾਫੀ ਜ਼ਿਆਦਾ ਤਬਾਹੀ ਫੈਲਾਉਂਦੀ ਆ। ਦਸੰਬਰ 26 2004 ਨੂੰ 11 ਕੰਟਰੀਜ਼ ਦੇ ਵਿੱਚ ਸਾਊਥ ਈਸਟ ਏਸ਼ੀਆ ਦੇ ਵਿੱਚ ਅਤੇ ਈਸਟ ਅਫਰੀਕਾ ਦੇ ਵਿੱਚ ਇਹ ਸੁਨਾਮੀ ਆਈ ਸੀਗੀ। ਅਤੇ ਇਹਦੇ ਕਰਕੇ ਜਿਹੜੀ ਇੱਕ ਸੁਨਾਮੀ ਜਿਹੜੀ ਸੀਗੀ ਉਹ ਇੰਡੀਆ ਦੇ ਵਿੱਚ ਓਸ਼ਨ ਦੇ ਵਿੱਚ ਵੀ ਆਈ ਸੀ, ਜਿਹੜੀ ਕਿ 1.5 ਲੱਖ ਪੀਪਲਸ ਜਿਹੜੇ ਸੀਗੇ ਉਹ ਮਰ ਗਏ ਸੀਗੇ। ਤਾਂ ਉਹ ਕਈ ਲੋਕ ਕੀ ਸੀਗੇ ਆਪਣੇ ਘਰ ਤੋਂ ਬੇਘਰ ਹੋ ਗਏ ਸੀ, ਅਤੇ ਕਾਫੀ ਵੱਡਾ ਲਾਸ ਹੋਇਆ ਸੀ ਇਹਦੇ ਨਾਲ ਸਾਡੇ ਘਰਾਂ ਨੂੰ ਅਤੇ ਹੋਰ ਚੀਜ਼ਾਂ ਨੂੰ ਵੀ। ਤਾਂ ਇਹਦੀ ਪ੍ਰੋਟੈਕਸ਼ਨ ਦੇ ਲਈ ਸਾਨੂੰ ਕੀ ਆ ਵੀ ਜਿਹੜਾ ਸਾਡਾ ਜ਼ੋਨ ਹੁੰਦਾ ਵਾ, ਸੁਨਾਮਿਕ ਜ਼ੋਨ ਹੁੰਦਾ ਵਾ, ਉਹ ਤੋਂ ਦੂਰ ਘਰ ਬਣਾਉਣਾ ਚਾਹੀਦਾ ਵਾ। ਟੈਂਪਰੇਰੀਜ਼ ਘਰ ਹੋਣੇ ਚਾਹੀਦੇ ਆ, ਅਤੇ ਜਦੋਂ ਸਾਨੂੰ ਲੱਗੇ ਵੀ ਹਾਂ ਵੀ ਹਾਈ ਅਲਰਟ ਹੋ ਰਿਹਾ ਵਾ ਤਾਂ ਸਾਨੂੰ ਕੀ ਆ ਉੱਥੋਂ ਨਿਕਲ ਜਾਣਾ ਚਾਹੀਦਾ ਵਾ। ਅਤੇ ਨੈਕਸਟ ਹੈਗਾ ਵਾ ਫਲੱਡ ਤੁਹਾਨੂੰ ਪਤਾ ਵਾ ਵੀ ਜਿਹੜਾ ਫਲੱਡਸ ਕੀ ਹੁੰਦਾ ਵਾ ਵੀ ਜੇਕਰ ਪਾਣੀ ਜ਼ਿਆਦਾ ਵੱਧ ਜਾਂਦਾ ਵਾ ਰਿਵਰਸ ਦੇ ਵਿੱਚੋਂ ਤਾਂ ਉਹ ਇੱਕ ਰੂਪ ਧਾਰਨ ਕਰ ਲੈਂਦੇ ਆ, ਫਲੱਡਸ ਦਾ ਰੂਪ ਧਾਰਨ ਕਰ ਲੈਂਦੇ ਨੇ। ਜ਼ਿਆਦਾਤਰ ਮੌਨਸੂਨ ਦੇ ਟਾਈਮ ਹੁੰਦਾ ਵਾ, ਜਦੋਂ ਕੀ ਹੁੰਦਾ ਵਾ ਜਿਹੜੇ ਬਰਸਟਸ ਆਫ ਮੌਨਸੂਨ ਵੀ ਜਿਹੜੇ ਬੱਦਲ ਫਟ ਜਾਂਦੇ ਹੁੰਦੇ ਆ ਤਾਂ ਉਹਦੇ ਨਾਲ ਪਾਣੀ ਜ਼ਿਆਦਾ ਫੈਲ ਜਾਂਦਾ ਵਾ, ਤਾਂ ਇਹਦਾ ਸੀ ਲੈਵਲ ਜ਼ਿਆਦਾ ਹੋ ਜਾਂਦਾ, ਤਾਂ ਕਰਕੇ ਉਹ ਕੀ ਆ ਦਰਿਆ ਜਿਹੜੇ ਨੇ ਉਹ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਆ ਜਾਂਦੇ ਆ, ਤਾਂ ਉੱਥੇ ਜਿਹੜੀ ਹੋ ਰਹੀ ਜਿਹੜੀ ਸਾਡੀ ਐਗਰੀਕਲਚਰ ਫਾਰਮਿੰਗ ਹੁੰਦੀ ਆ ਉਹ ਖਰਾਬ ਕਰ ਦਿੰਦੀ ਆ, ਅਤੇ ਸਾਡੇ ਘਰਾਂ ਨੂੰ ਵੀ ਖਰਾਬ ਕਰ ਦਿੰਦੀ ਆ। ਇਸ ਤੋਂ ਬਚਣ ਦੇ ਲਈ ਸਾਨੂੰ ਇੱਕ ਉੱਚੀ ਜਗ੍ਹਾ ਦੇ ਉੱਤੇ ਰਹਿਣਾ ਚਾਹੀਦਾ ਵਾ। ਧਿਆਨ ਰੱਖਣਾ ਚਾਹੀਦਾ ਵਾ ਵੀ ਜੇਕਰ ਫਲੱਡ ਦੇ ਜ਼ੋਨ ਦੇ ਵਿੱਚ ਆਉਂਦੇ ਹਾਂ ਅਸੀਂ ਤਾਂ ਸਾਨੂੰ ਆਪਣੀ ਪ੍ਰੋਪਰ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ। ਖਾਣ ਪਾਣ ਦੀਆਂ ਚੀਜ਼ਾਂ ਬਚਾ ਕੇ ਰੱਖਣੀਆਂ ਚਾਹੀਦੀਆਂ। ਸਾਫ਼ ਅਤੇ ਸੁਥਰੇ ਪਾਣੀ ਦਾ ਵੀ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ, ਅਤੇ ਗੌਰਮੈਂਟਸ ਦੇ ਅਕੋਰਡਿੰਗ ਚੱਲਣਾ ਚਾਹੀਦਾ, ਅਤੇ ਗੌਰਮੈਂਟਸ ਦੀ ਜਿਹੜੇ ਅਰੇਂਜਮੈਂਟ ਫੈਸਿਲਿਟੀਜ਼ ਨੇ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਵਾ। ਨੈਕਸਟ ਹੈਗਾ ਸਾਈਕਲੋਨ ਕੀ ਹੁੰਦੇ ਆ? ਇੱਕ ਗੋਲ ਚੱਕਰ ਦਾ, ਜਿਹਨੂੰ ਅਸੀਂ ਕੀ ਕਹਿੰਦੇ ਹਾਂ ਪੰਜਾਬੀ ਦੇ ਵਿੱਚ ਬਰਫ-ਰੌਲਾ ਵੀ ਕਹਿ ਦਿੰਦੇ ਹਾਂ। ਤਾਂ ਇਹ ਕੀ ਹੈ? ਇੱਕ ਸਾਈਕਲੋਨ ਜਿਹੜੀ ਕਿ ਤੇਜ਼ ਹਵਾਵਾਂ ਦਾ ਇੱਕ ਸਰਕਲ ਜਿਹਾ ਬਣ ਜਾਂਦਾ ਹੁੰਦਾ, ਉਹਨੂੰ ਅਸੀਂ ਸਾਈਕਲੋਨ ਕਹਿ ਦਿੰਦੇ ਹਾਂ। ਇਹਦੀ ਸਪੀਡ ਕਿੰਨੀ ਹੈ? 63 ਕਿਲੋਮੀਟਰ ਪਰ ਆਰ ਹੁੰਦੀ ਆ, ਯਾਨੀ ਕਿ 63 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਇਹ ਚੱਲਦਾ ਹੁੰਦਾ। ਅਤੇ ਇਹ ਜ਼ਿਆਦਾਤਰ ਇਹ ਕੀ ਆ ਸਾਈਕਲੋਨ ਜਿਹੜਾ ਹੁੰਦਾ ਵਾ ਇਹ 5 ਡਿਗਰੀ ਟੂ 20 ਡਿਗਰੀ ਨਾਰਥ ਸਾਊਥ ਦੇ ਇਕੁਏਟਰ ਦੇ ਵਿੱਚ ਇਹ ਜ਼ਿਆਦਾਤਰ ਚੱਲਦੇ ਹੁੰਦੇ ਆ। ਇਹਨੂੰ ਅਸੀਂ ਕਹਿੰਦੇ ਹਾਂ ਟੌਪੀਕਲ ਸਾਈਕਲੋਨਸ ਵੀ ਕਿਹਾ ਜਾਂਦਾ ਵਾ। ਇਹ ਜਿਹੜੇ ਸਾਈਕਲੋਨਸ ਨੇ ਡਿਸੈਸਟਰੀਜ਼ ਦਾ ਸਭ ਤੋਂ ਵੱਡੀ ਤਰ੍ਹਾਂ ਦੀ ਤਬਾਹੀ ਫੈਲਾਉਂਦੇ ਆ। ਜੇਕਰ ਇਹ 100 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਹੋਣ ਤਾਂ ਇਹਦੇ ਰਸਤੇ ਵਿੱਚ ਆਉਣ ਵਾਲੀ ਸਾਰੀਆਂ ਚੀਜ਼ਾਂ ਨੂੰ ਇਹ ਤਬਾਹ ਕਰ ਦਿੰਦਾ ਵਾ, ਅਤੇ ਇਸ ਦੇ ਨਾਲ ਕਾਫੀ ਜ਼ਿਆਦਾ ਡੈਮੇਜਸ ਆਉਂਦੀਆਂ ਨੇ ਡੈਮਸ, ਬ੍ਰਿਜਸ ਅਤੇ ਰੋਡਸ ਨੂੰ, ਅਤੇ ਪੀਪਲਸ ਨੂੰ ਵੀ ਇਹਦੇ ਨਾਲ ਕਾਫੀ ਜ਼ਿਆਦਾ ਖਤਰਾ ਹੁੰਦਾ ਵਾ। ਇਹ ਤੋਂ ਬਚਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਵਾ? ਜਿਹੜੇ ਪੀਪਲਸ ਨੇ ਉਹਨਾਂ ਨੂੰ ਸੇਫ ਰੱਖਣਾ ਚਾਹੀਦਾ ਆਪਣੇ ਆਪ ਨੂੰ, ਅਤੇ ਦੂਜਾ ਕੀ ਆ ਬਿਗ ਬਿਲਡਿੰਗਸ ਜਾਂ ਸਕੂਲਸ ਨੂੰ ਯੂਜ਼ ਕਰਨਾ ਚਾਹੀਦਾ ਐਜ਼ ਏ ਸ਼ੈਲਟਰ ਜਦੋਂ ਇਹ ਚੀਜ਼ਾਂ ਬਣ ਜਾਂਦੀਆਂ ਨੇ। ਜਾਂ ਕੀ ਆ ਡੇਂਜਰ ਜੇਕਰ ਸਾਈਕਲੋਨ ਹੋਵੇ ਤਾਂ ਬੋਟ ਸ਼ਿਪਸ ਦੇ ਉੱਤੇ ਨਹੀਂ ਜਾਣਾ ਚਾਹੀਦਾ ਵਾ, ਸੀ ਦੇ ਵਿੱਚ ਨਹੀਂ ਜਾਣਾ ਚਾਹੀਦਾ ਵਾ।
ਤੇ ਦੂਜਾ ਕੀ ਆ, ਸਾਈਕਲੋਨਸ ਦੇ ਟਾਈਮ ਜੇਕਰ ਸਾਨੂੰ ਗਵਰਨਮੈਂਟ ਜਿਹੜੀ ਵੀ ਚੀਜ਼ਾਂ ਮਿਲ ਰਹੀਆਂ ਨੇ ਤਾਂ ਉਸ ਚੀਜ਼ਾਂ ਨੂੰ ਯੂਜ਼ ਕਰਨਾ ਚਾਹੀਦਾ। ਐਂਟੀ ਫਲੱਡਸ ਜਿਹੜੇ ਸਟੈਪਸ ਨੇ ਉਹ ਉਠਾਉਣੇ ਚਾਹੀਦੇ ਆ। ਤੇ ਹਮੇਸ਼ਾ ਯਾਦ ਰੱਖਣਾ ਚਾਹੀਦਾ ਵੀ ਸਾਈਕਲੋਨ ਜਿਹੜਾ ਵਾ ਉਹ ਸੀ ਕੋਸਟ ਦੇ ਕੋਲ ਜ਼ਿਆਦਾ ਆ ਜਾਵੇ ਤਾਂ ਉਹਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੀ ਸਾਨੂੰ ਜਾਣਾ ਚਾਹੀਦਾ ਵਾ। ਨੈਕਸਟ ਹੈਗਾ ਲੈਂਡਸਲਾਈਡਿੰਗ। ਲੈਂਡਸਲਾਈਡਿੰਗ ਦਾ ਮਤਲਬ ਵੀ ਕੀ ਕਹਿੰਦੇ ਆ ਵੀ ਜਿਹੜੀ ਉੱਪਰੋਂ ਮਿੱਟੀ ਜਿਹੜੀ ਆ ਉਹ ਥੱਲੇ ਡਿੱਗਣੀ ਸਟਾਰਟ ਹੋ ਜਾਂਦੀ ਹੈ। ਜ਼ਿਆਦਾਤਰ ਕਿੱਥੇ ਹੁੰਦੇ ਆ, ਕੱਚੇ ਪਹਾੜਾਂ ਦੇ ਵਿੱਚ ਹੁੰਦਾ। ਸਾਡੇ ਇੰਡੀਆ ਦੇ ਵਿੱਚ ਜਿਹੜਾ ਵਾ ਉੱਤਰਾਖੰਡ ਦੇ ਏਰੀਆ ਜਿਹੜੇ ਨੇ ਉੱਥੇ ਇਹ ਪਹਾੜ ਮਿਲਦੇ ਨੇ। ਤਾਂ ਇਹਨੂੰ ਕੀ ਆ, ਜਿਹੜੀਆਂ ਰੌਕਸ ਤੋਂ ਜਿਹੜਾ ਹੋਰ ਮਟੀਰੀਅਲਸ ਹੁੰਦਾ ਉਹ ਮੀਂਹ ਜਾਂ ਕਿਸੇ ਹੋਰ ਗ੍ਰੈਵਿਟਲ ਫੋਰਸ ਦੇ ਕਰਕੇ ਉਹ ਥੱਲੇ ਆ ਕੇ ਰੋਡਸ ਦੇ ਉੱਤੇ ਵਿੱਚ ਜਾਂਦਾ ਵਾ ਤਾਂ ਉਹਨੂੰ ਲੈਂਡਸਲਾਈਡਿੰਗ ਕਿਹਾ ਜਾਂਦਾ ਵਾ। ਤਾਂ ਇਹ ਵੀ ਸਭ ਤੋਂ ਵੱਡਾ ਡਿਸਪੈਰਿਟੀਜ਼ ਆ। ਤੇ ਇਹਦੇ ਨਾਲ ਕੀ ਹੁੰਦਾ ਵਾ ਵੀ ਜੇਕਰ ਸਾਡੇ ਬਣਾਏ ਗਏ ਘਰ ਜਾਂ ਸਾਡੀ ਜ਼ਮੀਨਾਂ ਜਮੂਨਾਂ ਜਿਹੜੀਆਂ ਉੱਪਰ ਹੁੰਦੀਆਂ ਨੇ ਉਹ ਸਾਰੀਆਂ ਢਹਿ ਕੇ ਥੱਲੇ ਆ ਜਾਂਦੀਆਂ ਨੇ। ਤਾਂ ਇਹਦੇ ਨਾਲ ਕਈ ਵਾਰ ਤਾਂ ਇਹ ਟਰੈਪਸ ਕਰ ਲੈਂਦੇ ਆ, ਰੋਡਸ ਜੈਮ ਹੋ ਜਾਂਦੇ ਆ ਤਾਂ ਲੋਕ ਉੱਥੇ ਟਰੈਪਡ ਹੋ ਜਾਂਦੇ ਆ, ਜਾਂ ਕਈ ਵਾਰ ਤਾਂ ਉਹ ਬੰਦਿਆਂ ਨੂੰ ਵੀ ਨਾਲ ਲੈ ਜਾਂਦੀ ਆ। ਤਾਂ ਲੈਂਡਸਲਾਈਡਿੰਗ ਦੀ ਪ੍ਰੋਟੈਕਸ਼ਨ ਦੇ ਲਈ ਵੀ ਬਿਲਡਿੰਗ ਕੰਸਟਰਕਟ ਕਰਨ ਲੱਗੇ ਤਾਂ ਇਹ ਦੇਖਣਾ ਚਾਹੀਦਾ ਵੀ ਜਿੱਥੇ ਲੈਂਡਸਲਾਈਡਿੰਗ ਘੱਟ ਹੁੰਦੀ ਉੱਥੇ ਲੈ ਕੇ ਜਾਣਾ ਚਾਹੀਦਾ। ਇਹਦੀ ਸਲੋਪ ਜਿਹੜੀ ਆ ਲੈਂਡਸਲਾਈਡਿੰਗ ਦੀ ਉਹ ਹਮੇਸ਼ਾ ਫੋਰੈਸਟ ਕੱਟਣ ਦੇ ਨਾਲ ਇਹ ਕੀ ਆ ਸਟਾਪ ਕੱਟਣਾ ਨਹੀਂ ਚਾਹੀਦਾ ਤੇ ਉਹਨੂੰ ਕੀ ਆ ਤਾਂ ਹੀ ਇਹ ਜ਼ਿਆਦਾ ਸਟਾਪਸ ਹੋ ਸਕਦੀਆਂ ਨੇ। ਵਾਟਰ ਜਿੱਥੇ ਏਰੀਆ ਜ਼ਿਆਦਾ ਪੈਂਦਾ ਹੋਵੇ ਲੈਂਡਸਲਾਈਡਿੰਗ ਦੇ ਕੋਲ ਉੱਥੇ ਨਹੀਂ ਘਰ ਨਹੀਂ ਬਣਾਉਣਾ ਚਾਹੀਦਾ ਵਾ। ਪਾਈਪਸ, ਵਾਟਰ ਪਾਈਪਸ, ਇਲੈਕਟ੍ਰਿਸਿਟੀ ਫੋਨਸ, ਤਾਂ ਇਹਨਾਂ ਚੀਜ਼ਾਂ ਦੇ ਡੈਮੇਜ ਬਹੁਤ ਜ਼ਿਆਦਾ ਹੁੰਦਾ ਵਾ। ਤਾਂ ਇਹਨਾਂ ਚੀਜ਼ਾਂ ਤੋਂ ਘੱਟ ਦੂਰੀ ਦੇ ਉੱਤੇ ਇਹ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਨੇ। ਨੈਕਸਟ ਹੈਗਾ ਵਾ ਡਾਟਸ। ਇਹਦਾ ਮਤਲਬ ਕੀ ਹੁੰਦਾ ਵਾ, ਧਰਤੀ ਜਮਾਂ ਹੀ ਬੰਜਰ ਹੋ ਜਾਣਾ। ਇਹ ਜ਼ਿਆਦਾਤਰ ਕਿਉਂ ਹੁੰਦਾ ਵਾ, ਜਿੱਥੇ ਸ਼ਾਰਟੇਜ ਆਫ ਵਾਟਰਸ ਹੁੰਦੀਆਂ ਨੇ ਉੱਥੇ ਜ਼ਿਆਦਾ ਹੁੰਦਾ ਵਾ। ਜਾਂ ਕੀ ਹੁੰਦਾ ਵਾ, ਬੰਦਿਆਂ ਨੂੰ ਉੱਥੇ ਰਹਿਣ ਦੇ ਲਈ ਕਾਫੀ ਚੀਜ਼ਾਂ ਦੀ ਮੁਸ਼ੱਕਤ ਕਰਨੀ ਪੈਂਦੀ ਹੈ। ਇੱਥੇ ਸਿਰਫ ਸਾਨੂੰ ਛੋਟੇ ਜਿਹੇ ਰੀਵਰਸ ਜਾਂ ਸਟਰੀਮਸ ਹੀ ਮਿਲਦੇ ਨੇ ਤੇ ਅੰਡਰਗਰਾਊਂਡ ਵਾਟਰ ਦੇ ਰਿਸੋਰਸਿਸ ਵੀ ਬਿਲਕੁਲ ਖਤਮ ਹੋ ਚੁੱਕੇ ਹੁੰਦੇ ਹਨ। ਤੇ ਜ਼ਿਆਦਾਤਰ ਜਿਹੜੀ ਐਗਰੀਕਲਚਰ ਹੁੰਦੀ ਆ ਡਿਪੈਂਡ ਕਰਦੀ ਹੁੰਦੀ ਆ ਬਾਰਿਸ਼ ਦੇ ਉੱਤੇ ਜਾਂ ਮੌਨਸੂਨ ਦੇ ਉੱਤੇ। ਜੇਕਰ ਹੋ ਜਾਏਗੀ ਤਾਂ ਚੱਲ ਜਾਏਗਾ। ਤਾਂ ਇਹਦੇ ਪ੍ਰੋਟੈਕਸ਼ਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ, ਵਾਟਰ ਨੂੰ ਸੇਫ ਯੂਜ਼ ਕਰਨਾ ਚਾਹੀਦਾ ਵਾ, ਮਿਸਯੂਜ਼ ਨਹੀਂ ਕਰਨਾ ਚਾਹੀਦਾ ਵਾ। ਤੇ ਜ਼ਿਆਦਾਤਰ ਕੀ ਆ, ਪ੍ਰੋਪਰਸ ਤੇ ਜਿਹੜਾ ਵਾਟਰ ਦਾ ਚੀਜ਼ਾਂ ਨੇ ਉਹਨਾਂ ਨੂੰ ਪ੍ਰੋਪਰ ਯੂਜ਼ ਕਰਨਾ ਚਾਹੀਦਾ ਵਾ। ਨੈਕਸਟ ਹੈਗਾ ਹਿਊਮਨ ਮੇਡ ਡਿਸਐਸਟਰੀਜ਼ ਤੇ ਇਹਨਾਂ ਦੀ ਮੈਨੇਜਮੈਂਟ ਕਿਵੇਂ ਕੀਤਾ ਜਾਵੇ। ਜਿਹੜੇ ਮਨੁੱਖ ਦੁਆਰਾ ਬਣਾਈਆਂ ਗਈਆਂ ਆਪਦਾਵਾਂ ਨੇ, ਪਹਿਲੀ ਹੈਗੀ ਆ ਬੌਂਬ ਐਕਸਪਲੋਜਨ ਐਂਡ ਟੈਰਰ ਅਟੈਕ। ਵੀ ਜਿਵੇਂ ਬੌਂਬਸ ਅਟੈਕਸ ਹੁੰਦੇ ਆ, ਜਿਵੇਂ ਤੁਸੀਂ ਸੁਣਿਆ ਹੋਣਾ ਵੀ ਨਾਗਾਸਾਕੀ ਦੇ ਵਿੱਚ ਕੀ ਹੋਇਆ ਸੀਗਾ, USA ਨੇ ਇੱਕ ਪਰਮਾਣੂ ਨਿਊਕਲੀਅਰ ਬੌਂਬ ਜਿਹੜਾ ਸੀਗਾ ਉੱਥੇ ਬਲਾਸਟ ਕੀਤਾ ਸੀ, ਜਿਹਦੇ ਕਰਕੇ ਕੀ ਹੋਇਆ ਉੱਥੇ ਦੀ ਜਨਰੇਸ਼ਨ ਦੇ ਉੱਤੇ ਜੈਨੇਟਿਕਸ ਪ੍ਰੋਬਲਮਸ ਕ੍ਰੀਏਟ ਹੋਈਆਂ ਸੀਗੀਆਂ। ਤਾਂ ਇਹ ਚੀਜ਼ਾਂ ਵੀ ਕੀ ਨੇ, ਇਸ ਚੀਜ਼ਾਂ ਦਾ ਡੇਂਜਰ ਦੇ ਨਾਲ ਕੀ ਹੁੰਦਾ, ਜੇਕਰ ਬੰਬ ਬਲਾਸਟ ਹੁੰਦੇ ਆ ਜਿਹੜੇ ਕਿ ਟੈਰਰ ਦੇ ਉੱਤੇ ਕੀਤੇ ਜਾਂਦੇ ਆ ਤਾਂ ਇਹਦੇ ਨਾਲ ਇਨਵਾਇਰਨਮੈਂਟ ਵੀ ਇਫੈਕਟ ਹੁੰਦਾ ਤੇ ਪਲੱਸ ਉੱਥੇ ਦੇ ਲੋਕ ਵੀ ਇਫੈਕਟ ਹੁੰਦੇ ਆ। ਤਾਂ ਪ੍ਰੋਟੈਕਸ਼ਨ ਦੇ ਲਈ ਗੌਰਮੈਂਟ ਨੂੰ ਐਂਟੀ ਬੌਂਬ ਸਕਾਡ ਬਣਾਉਣੇ ਚਾਹੀਦੇ ਆ। ਦੂਜਾ ਕੀ ਆ ਵੀ ਜਿਹੜਾ ਬੌਂਬਸ ਨੇ ਉਹਨਾਂ ਨੂੰ ਟੱਚ ਕਰਨਾ ਵੀ ਜਿਹਦੇ ਕਿ ਜ਼ਿਆਦਾ ਜ਼ਰੂਰੀ ਹੋਵੇ ਸਿਰਫ ਉਦੋਂ ਹੀ ਕੀਤਾ ਜਾਵੇ। ਬੌਂਬਸ ਤੇ ਐਕਸਪਲੋਜਨ ਨਹੀਂ ਕਰਨਾ ਚਾਹੀਦਾ ਤੇ ਟੈਰਰਸ ਨੂੰ ਰੋਕਣ ਦੇ ਹੋਰ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਨੇ। ਨੈਕਸਟ ਹੈਗਾ ਵਾ ਬ੍ਰੇਕਿੰਗ ਟੂ ਦੀਆਂ ਵਾਟਰ ਡੈਮਸ ਐਂਡ ਸੇਫਟੀ ਮੈਜਰਸ। ਵੀ ਕਈ ਵਾਰ ਅਸੀਂ ਕੀ ਆ ਜਿਹੜੇ ਡੈਮਸ ਨੂੰ ਤੋੜ ਦਿੰਦੇ ਆ ਤਾਂ ਡੈਮ ਬਣਾਉਣੇ ਕਾਹਦੇ ਲਈ ਆ, ਵੀ ਅਸੀਂ ਵਾਟਰ ਦੀ ਕਲੈਕਸ਼ਨ ਕਰ ਸਕੀਏ। ਅਸੀਂ ਜ਼ਿਆਦਾ ਡੈਮਸ ਬਣਾਉਣ ਦੇ ਚੱਕਰ ਦੇ ਵਿੱਚ ਕੀ ਆ ਵਾਟਰ ਨੂੰ ਰੋਕਣ ਦੀ ਕਰ ਦਿੰਦੇ ਆ ਤਾਂ ਵਾਟਰ ਦਾ ਜਿਹੜਾ ਪ੍ਰੈਸ਼ਰ ਉਹ ਇਨਕਰੀਜ਼ ਹੋ ਜਾਂਦਾ ਤਾਂ ਉਹ ਕੀ ਆ ਟੁੱਟ ਜਾਂਦਾ ਵਾ। ਤਾਂ ਜਿਹਦੇ ਕਰਕੇ ਫਲੱਡਸ ਵੀ ਆ ਜਾਂਦੇ ਆ। ਲੀਕੇਜ ਆਫ ਟੂ ਦੀਆਂ ਪੋਇਜ਼ਨਸ ਸਬਸਟੈਂਸ਼ੀਅਲ। ਇਹਦਾ ਸਭ ਤੋਂ ਵੱਡੀ ਐਗਜ਼ਾਮਪਲ ਹੁਣ ਜਿਹੜਾ ਲੋਕਡਾਊਨ ਦੇ ਵਿੱਚ ਤੁਸੀਂ ਸੁਣਿਆ ਹੀ ਹੋਣਾ 2-4 ਦਿਨ ਪਹਿਲਾਂ ਅਹਿਮਦਾਬਾਦ ਦੇ ਵਿੱਚ ਜਿਹੜੀ ਇੱਕ ਗੈਸ ਲੀਕ ਹੋਈ ਸੀ, ਜਿਹਦੇ ਕਰਕੇ ਕੀ ਹੋਇਆ ਵੀ ਉੱਥੇ ਦੇ ਲੋਕਾਂ ਨੂੰ ਕੀ ਆ ਜ਼ਹਿਰੀਲੀ ਗੈਸ ਸੁੰਘਣ ਕਰਕੇ 13 ਬੰਦੇ ਮਰ ਗਏ ਸੀਗੇ। ਤਾਂ ਇਸੇ ਤਰੀਕੇ ਨਾਲ ਵੀ ਕਈ ਹੋਰ ਤਰ੍ਹਾਂ ਦੇ ਵੀ ਇੰਸੀਡੈਂਟਸ ਜਿਹੜੇ ਮੈਨ ਮੇਡ ਬਣਦੇ ਆ। ਪੈਂਡੇਮਿਕਸ ਐਂਡ ਪ੍ਰੋਟੈਕਟਿਵ ਮੈਜਰਸ। ਹੁਣ ਪੈਂਡੇਮਿਕ ਦਾ ਮਤਲਬ ਕੀ ਹੁੰਦਾ, ਮਹਾਮਾਰੀ। ਜਿਵੇਂ ਹੁਣ ਸਾਡੇ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਮਹਾਮਾਰੀ ਕਿਹੜੀ ਆ, ਕਰੋਨਾ ਵਾਇਰਸ। ਜਿਹਦੇ ਕਰਕੇ ਕੀ ਆ ਕਾਫੀ ਲੋਕ ਯਾਨੀ ਕਿ ਪੂਰੇ ਵਰਲਡਸ ਦੇ ਵਿੱਚ ਜਿਹੜਾ ਅਸੀਂ ਸੁਣ ਹੀ ਰਹੇ ਹਾਂ ਵੀ ਕੀ ਆ ਕਾਫੀ ਜ਼ਿਆਦਾਤਰ ਲੋਕ ਕੀ ਨੇ ਬਿਮਾਰ ਪੈ ਰਹੇ ਨੇ, ਇਹਦਾ ਕੋਈ ਇਲਾਜ ਨਹੀਂ ਲੱਭ ਰਿਹਾ। ਤਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਰਾਈਜ਼ ਹੋ ਰਹੀਆਂ ਨੇ, ਜਿਨ੍ਹਾਂ ਨੂੰ ਸੰਭਾਲਣਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਵਾ। ਤਾਂ ਇਸ ਚੀਜ਼ਾਂ ਨੂੰ ਸਾਨੂੰ ਇਹ ਸਾਰੀਆਂ ਹਿਊਮਨ ਮੇਡਸ ਹੁੰਦੀਆਂ ਨੇ ਤਾਂ ਸਾਨੂੰ ਹਿਊਮਨਸ ਨੂੰ ਕੀ ਆ ਇਸ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਪ੍ਰੋਟੈਕਸ਼ਨ ਦੇ ਲਈ ਸਾਨੂੰ ਕੀ ਆ ਜਿਹੜੇ ਸਾਨੂੰ ਐਕਸਪੈਰੀਮੈਂਟਸ ਘੱਟ ਕਰਨੇ ਚਾਹੀਦੇ ਆ ਤੇ ਸਾਨੂੰ ਕੀ ਆ ਆਪਣੇ ਜਿਹੜੇ ਐਨੀਮਲਸ ਨੇ ਤੇ ਡਾਕਟਰ ਦੀ ਪ੍ਰੀਕਾਸ਼ਨਸ ਤੇ ਹਸਪੀਟਲਾਈਜੇਸ਼ਨ ਨੂੰ ਸਾਰੀਆਂ ਚੀਜ਼ਾਂ ਨੂੰ ਮੰਨਣਾ ਚਾਹੀਦਾ ਵਾ। ਜਿਸ ਸਮੇਂ ਹੁਣ ਕਰੋਨਾ ਵਾਇਰਸ ਦੇ ਉੱਤੇ ਜਿਵੇਂ ਪੁਲਿਸ ਤੇ ਸਾਡੀ ਗਵਰਨਮੈਂਟ ਤੇ ਐਜ਼ ਵੈਲ ਐਜ਼ ਸਾਡੇ ਡਾਕਟਰ ਸਾਨੂੰ ਸੇਫ ਹੋਮ ਦੇ ਵਿੱਚ ਸਟੇ ਹੋਮ ਰਹਿਣ ਦੇ ਲਈ ਕਹਿੰਦੇ ਆ ਤਾਂ ਸਾਨੂੰ ਉਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਵਾ। ਡਿਸੈਸਟਰ ਮੈਨੇਜਮੈਂਟ ਦੀ ਅਥਾਰਟੀ ਲਈ ਗਵਰਨਮੈਂਟ ਨੇ ਕਈ ਤਰ੍ਹਾਂ ਦੇ ਇੰਸਟੀਟਿਊਟ ਬਣਾਏ ਹੈਗੀਆਂ ਨੇ, ਜਿਵੇਂ ਸੈਂਟਰਲ ਡਿਸੈਸਟਰ ਮੈਨੇਜਮੈਂਟ ਅਥਾਰਟੀ ਨਿਊ ਦਿੱਲੀ, ਨੈਸ਼ਨਲ ਸੈਂਟਰ ਆਫ ਡਿਸੈਸਟਰ ਮੈਨੇਜਮੈਂਟ ਨਿਊ ਦਿੱਲੀ, ਇਨਫੋਰਮੇਸ਼ਨਸ सेंटर ऑफ टू द अर्थक्वेक इंजीनियरिंग IIT कानपुर UP, डिजास्टर मैनेजमेंट इंस्टीट्यूशन भोपाल MP। ਤਾਂ ਇਹ ਕਈ ਤਰ੍ਹਾਂ ਦੇ ਇੰਸਟੀਟਿਊਟ ਬਣਾਈਆਂ ਗਈਆਂ ਨੇ ਜਿਹੜੀਆਂ ਕਿ ਇਸ ਚੀਜ਼ਾਂ ਨੂੰ ਨਿਪਟਣ ਦੇ ਲਈ ਹੋ ਸਕੇ। ਪਰ ਫਿਰ ਵੀ ਜਿਹੜੀਆਂ ਹਿਊਮਨਸ ਮੇਡਸ ਜਿਹੜੀਆਂ ਨੇ
ਡਿਜ਼ਾਸਟਰਸ ਨੇ, ਸਾਨੂੰ ਉਸ ਚੀਜ਼ਾਂ ਉੱਤੇ ਰੋਕ ਲਗਾਉਣ ਦੀ ਸੋਚਣਾ ਚਾਹੀਦਾ ਵਾ, ਕਿਉਂਕਿ ਇਹ ਚੀਜ਼ਾਂ ਸਾਡੇ ਹੱਥ ਦੇ ਵਿੱਚ ਨੇ। ਪਰ ਨੈਚੁਰਲ ਜਿਹੜੀਆਂ ਡਿਜ਼ਾਸਟਰਸ ਨੇ ਉਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ, ਬਟ ਉਸ ਦੇ ਨਾਲ ਲਾਸ ਨੂੰ ਘਟਾ ਸਕਦੇ ਹਾਂ। ਤਾਂ ਸਾਨੂੰ ਕੀ ਆ, ਉਸ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਵਾ। ਨੈਕਸਟ ਹੈਗਾ ਇਹਦੇ ਕੁਐਸਚਨ ਆਂਸਰ, ਵਟ ਇਜ਼ ਦੀਆਂ ਮੈਂਟ ਬਾਈ ਟੂ ਦੀਆਂ ਡਿਜ਼ਾਸਟਰਸ। ਡਿਜ਼ਾਸਟਰ ਦਾ ਮਤਲਬ ਕੀ ਆ? ਬਾਈ ਦੀਆਂ ਨੇਚੁਰਲ ਐਂਡ ਹਿਊਮਨ ਮੇਡ ਹੈਪਨ ਦੈਟ ਦੀ ਕਾਜ਼ ਆਫ ਟੂ ਦੀਆਂ ਰੀਜ਼ਨ ਇਜ਼ ਕਾਲਡ ਡਿਜ਼ਾਸਟਰਸ। ਵੀ ਜਿਹੜਾ ਕੁਦਰਤ ਦੁਆਰਾ ਜਾਂ ਬੰਦੇ ਦੁਆਰਾ ਜੋ ਕੋਈ ਕੰਮ ਕਰਦੇ ਆ ਜਾਂ ਕੋਈ ਕੰਮ ਹੁੰਦਾ ਵਾ, ਤਾਂ ਉਹਦੇ ਕਾਰਨ ਜਿਹੜਾ ਕੋਈ ਵੀ ਚੀਜ਼ ਅਰਾਈਜ਼ ਹੁੰਦੀ ਆ ਤਾਂ ਉਹਨੂੰ ਡਿਜ਼ਾਸਟਰਸ ਕਿਹਾ ਜਾਂਦਾ ਵਾ। ਵਟ ਆਰ ਦੀਆਂ ਮੇਨ ਨੈਚੁਰਲ ਡਿਜ਼ਾਸਟਰ ਕਿਹੜੇ ਨੇ? ਅਰਥਕੁਇਕ ਨੇ, ਵੋਲਕੈਨੋ, ਸੁਨਾਮੀ ਆ, ਫਲੱਡਸ ਆ, ਡੈਸਟਰ ਆ, ਸਾਈਕਲੋਨ, ਲੈਂਡਸਲਾਈਡਿੰਗ। ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ? ਨੈਚੁਰਲ ਡਿਜ਼ਾਸਟਰਸ ਨੇ। ਨੈਕਸਟ ਹੈਗਾ ਵਾ, ਵਟ ਇਜ਼ ਇਨਕਲੂਡਡ ਇਨਟੂ ਦੀ ਸਬਜੈਕਟ ਆਫ ਟੂ ਦੀ ਡਿਜ਼ਾਸਟਰ ਮੈਨੇਜਮੈਂਟ। ਡਿਜ਼ਾਸਟਰ ਮੈਨੇਜਮੈਂਟ ਵਿੱਚ ਕਿਹੜੀਆਂ ਚੀਜ਼ਾਂ ਨੂੰ ਇਨਕਲੂਡ ਕਰਨਾ ਚਾਹੀਦਾ? ਡਿਜ਼ਾਸਟਰ ਮੈਨੇਜਮੈਂਟ ਇਨਕਲੂਡ ਦੀ ਸਟੈਪ ਆਫ ਟੂ ਦੀ ਰਿਡਿਊਸਿੰਗ ਦੀ ਡੈਮੇਜ ਆਫ ਡਿਜ਼ਾਸਟਰਸ। ਡਿਜ਼ਾਸਟਰ ਨੂੰ ਘਟਾਉਣ ਦੇ ਲਈ ਸਾਨੂੰ ਕਈ ਤਰ੍ਹਾਂ ਦੇ ਉਪਾਅ ਕਰਨੇ ਚਾਹੀਦੇ ਆ ਜਾਂ ਕਦਮ ਚੱਕਣੇ ਚਾਹੀਦੇ ਆ, ਜਿਵੇਂ ਪ੍ਰਪੇਅਰਡਨੈਸ ਬਿਫੋਰ ਟੂ ਦੀ ਡਿਜ਼ਾਸਟਰ ਆਉਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਚਾਹੀਦਾ। ਪ੍ਰੋਟੈਕਸ਼ਨ ਐਟ ਟੂ ਦੀ ਟਾਈਮ ਆਫ ਡਿਜ਼ਾਸਟਰ, ਵੀ ਜਦੋਂ ਡਿਜ਼ਾਸਟਰ ਹੋ ਰਹੀ ਆ ਤਾਂ ਉਹ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਵਾ। ਟੂ ਮੇਨਟੇਨ ਦੀ ਸੋਸ਼ਲ ਲਾਈਫ ਆਫਟਰ ਡਿਜ਼ਾਸਟਰ, ਜਿਹੜੀ ਸਾਡੀ ਡਿਜ਼ਾਸਟਰ ਆ ਉਹਦੇ ਵਿੱਚ ਜਿਹੜੀ ਸਾਡੀ ਸੋਸ਼ਲ ਲਾਈਫ ਆ ਉਹਨੂੰ ਬਚਾ ਕੇ ਰੱਖਣਾ ਵਾ ਅਤੇ ਉਹਨੂੰ ਪ੍ਰੋਪਰ ਮੇਨਟੇਨ ਕਰਕੇ ਰੱਖਣਾ ਵਾ। ਵਟ ਇਜ਼ ਦੀਆਂ ਐਨ ਅਰਥਕੁਇਕ, ਹਾਊ ਇਟ ਇਜ਼ ਮਈਅਰਡ। ਅਰਥਕੁਇਕ ਕੀ ਆ ਅਤੇ ਉਹਨੂੰ ਕਿਸ ਤਰੀਕੇ ਨਾਲ ਮਈਅਰ ਕੀਤਾ ਜਾ ਸਕਦਾ? ਦੀ ਸਡਨਲੀ ਸ਼ੇਕਿੰਗ ਆਫ ਟੂ ਦੀ ਪਾਰਟ ਆਫ ਟੂ ਦੀ ਅਰਥ ਇਜ਼ ਕਾਲਡ ਐਨ ਅਰਥਕੁਇਕ। ਵੀ ਜਿਹੜਾ ਸਡਨਲੀ ਜਿਹੜੀ ਮੂਵਮੈਂਟ ਹੁੰਦੀ ਆ ਅਰਥ ਦੇ ਵਿੱਚ ਉਹਨੂੰ ਅਸੀਂ ਕਹਿੰਦੇ ਹਾਂ ਅਰਥਕੁਇਕ ਕਹਿੰਦੇ ਹਾਂ। ਇਟ ਇਜ਼ ਇੰਟੈਂਸਿਟੀ ਟੂ ਇਜ਼ ਮਈਅਰਡ ਔਨ ਟੂ ਦੀ ਰਿਚਰ ਸਕੇਲ। ਇਹ ਸਾਡੀ ਇੰਟੈਂਸਿਟੀ ਆ ਵੀ ਸਾਨੂੰ ਕੀ ਆ ਰਿਚਰ ਸਕੇਲ ਦੇ ਵਿੱਚ ਇਹਨੂੰ ਮਈਅਰ ਕੀਤਾ ਜਾ ਸਕਦਾ। ਦਿਸ ਇੰਸਟਰੂਮੈਂਟ ਇਜ਼ ਕਾਲਡ ਸੀਮੋਸੋਗ੍ਰਾਫ, ਇਹਨੂੰ ਅਸੀਂ ਸੀਮੋਸੋਗ੍ਰਾਫ ਵੀ ਕਿਹਾ ਜਾਂਦਾ ਵਾ। ਵਟ ਇਜ਼ ਐਨ ਵੋਲਕੈਨੋ, ਰਾਈਟ ਇਟਸ ਟਾਈਪਸ। ਵੀ ਇਹ ਵੋਲਕੈਨੋ ਕੀ ਆ ਅਤੇ ਇਹਦੀਆਂ ਟਾਈਪਸ ਬਾਰੇ ਦੱਸੋ। ਦੀਆਂ ਇੰਟੀਰੀਅਰ ਆਫ ਟੂ ਦੀ ਅਰਥ ਕੰਸਿਸਟ ਆਫ ਦੀ ਹੌਟ ਮੈਗਮਾ। ਇਟ ਇਜ਼ ਕਮਸ ਫਰੋਮ ਟੂ ਦੀ ਅਰਥ ਟੂ ਦੀ ਓਪਨਿੰਗ, ਇਟ ਇਜ਼ ਕਾਲਡ ਟੂ ਦੀ ਵੋਲਕੈਨੋ। ਵੀ ਜਿਹੜਾ ਧਰਤੀ ਦੇ ਅੰਦਰ ਇੱਕ ਗਰਮ ਮੈਗਮਾ ਪਿਆ ਹੁੰਦਾ ਵਾ, ਜਦੋਂ ਉਹ ਧਰਤੀ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਵਾ ਕਿਸੇ ਚੀਜ਼ ਨੂੰ ਪਾੜ ਕੇ ਜਾਂ ਓਪਨਲੀ, ਤਾਂ ਉਹਨੂੰ ਕੀ ਕਿਹਾ ਜਾਂਦਾ? ਵੋਲਕੈਨੋ ਕਿਹਾ ਜਾਂਦਾ। ਤਿੰਨ ਤਰ੍ਹਾਂ ਦੇ ਐਕਟਿਵ, ਡਿਮੈਟਸ, ਐਕਸਟ੍ਰੈਕਟਿਕ, ਵੋਲਕੈਨੋ। ਨੈਕਸਟ ਹੈਗਾ ਵਾ, ਹਾਊ ਡਸ ਟੂ ਦੀ ਸੁਨਾਮੀਜ਼ ਓਰੀਜਨੇਟਸ। ਵੀ ਉਹ ਸੁਨਾਮੀ ਕਿਵੇਂ ਬਣਦੀਆਂ ਨੇ? ਦੀ ਸੁਨਾਮੀ ਇਜ਼ ਅ ਹਾਈਡ੍ਰੇਟ ਵੇਵਸ, these are caused due to the submarine earthquake, these are very destructive। ਵੀ ਜਿਹੜੀਆਂ ਸੁਨਾਮੀ ਹੁੰਦੀਆਂ ਨੇ ਉਹ ਹਾਈਡ੍ਰੇਟ ਵੇਵਸ ਹੁੰਦੀਆਂ ਨੇ, ਵੀ ਉੱਚੀਆਂ ਲਹਿਰਾਂ ਹੁੰਦੀਆਂ ਨੇ। ਇਹ ਕਾਹਦੇ ਕਰਕੇ ਬਣਦੀਆਂ? ਜਿਹੜੇ ਸਬਮਰੀਨ ਜਿਹੜੇ ਅਰਥਕੁਇਕ ਜਾਣੀ ਕਿ ਸਮੁੰਦਰ ਦੇ ਅੰਦਰ ਜਿਹੜਾ ਅਰਥਕੁਇਕ ਫੜਦਾ ਵਾ ਤਾਂ ਉਹਦੇ ਕਰਕੇ ਹੁੰਦਾ ਵਾ। ਇਹ ਸਭ ਤੋਂ ਵੱਧ ਤਬਾਹੀ ਫੈਲਾਉਂਦੀਆਂ ਨੇ। ਨੈਕਸਟ ਹੈਗਾ, ਵਟ ਆਰ ਟੂ ਦੀਆਂ ਮੇਨ ਕਾਜ਼ ਆਫ ਟੂ ਦੀਆਂ ਫਲੱਡ। ਫਲੱਡ ਦੇ ਮੇਨ ਕਾਰਨ ਕੀ ਨੇ? ਹੈਵੀ ਰੇਨ, ਜ਼ਿਆਦਾ ਮੀਂਹ ਪੈਣਾ, ਸਾਈਕਲੋਨ ਜਿਹੜੇ ਚੱਕਰਵਾਤ ਆਉਣੇ, ਕਲਾਊਡੀ ਬਲਸਟ ਵੀ ਜਿਹੜੇ ਕਲਾਊਡ ਨੇ ਉਹ ਫਟ ਜਾਣੇ, ਐਬਸੈਂਸ ਆਫ ਪ੍ਰੋਪਰ ਡਰੇਨੇਜ, ਵੀ ਜਿਹੜੇ ਸਾਡੇ ਕੋਲ ਡਰੇਨੇਜ ਦੇ ਪ੍ਰੋਪਰ ਜਾਣੀ ਕਿ ਸਹਾਇਕ ਨਦੀਆਂ ਦੇ ਜਿਹੜੇ ਉਹ ਝਰਨੇ ਗਿਰਦੇ ਹੁੰਦੇ ਉਹ ਨਹੀਂ ਹੋਣੇ। ਡੈਮ ਬਰਸਟ, ਵੀ ਜਿਹੜਾ ਡੈਮ ਉਹ ਟੁੱਟ ਜਾਣੇ, ਜਾਂ ਡਿਸਪੋਜੀਸ਼ਨ ਆਫ ਟੂ ਦੀ ਰਿਵਰਸ ਬੈਡਸ, ਵੀ ਜਿਹੜੀਆਂ ਰਿਵਰਸ ਨੂੰ ਉਹਨਾਂ ਨੂੰ ਉਹਦੇ ਜਗ੍ਹਾ ਤੋਂ ਹਿਲਾ ਦੇਣਾ। ਸੈਟਲਮੈਂਟਸ ਇਨਟੂ ਦੀ ਰਿਵਰ ਕੋਰਸ, ਵੀ ਜਦੋਂ ਅਸੀਂ ਰਿਵਰਸ ਨੂੰ ਇੱਕ ਜਗ੍ਹਾ ਦੂਜੀ ਜਗ੍ਹਾ ਤੱਕ ਸੈਟਲ ਕਰਦੇ ਹਾਂ। ਵਟ ਇਜ਼ ਦੀ ਸਾਈਕਲੋਨ। ਸਾਈਕਲੋਨ ਕੀ ਹੁੰਦੇ ਆ? ਬਾਏ ਵਟ ਦੈਟ ਨੇਮਸ ਇਟ ਇਜ਼ ਕਾਲਡ। ਵੀ ਸਾਈਕਲੋਨ ਕੀ ਹੈ ਅਤੇ ਸਾਈਕਲੋਨ ਦਾ ਅਦਰ ਨੇਮ ਕੀ ਆ ਜਾਂ ਉਹਨੂੰ ਕਿਸ ਨਾਮ ਨਾਲ ਬੁਲਾਇਆ ਜਾਂਦਾ? ਸਾਈਕਲੋਨ ਵਾਸ ਟੂ ਦੀ ਵਾਇਲੈਂਟ ਵਿੰਡਸ ਸਿਸਟਮ with the winds velocity of the more than 63 kilometer per hour. These are called to the hurricanes in North America, typhoons in Southeast Asia and depressions in India। ਵੀ ਜਿਹੜਾ ਸਾਈਕਲੋਨ ਆ ਉਹ ਇੱਕ ਵਾਇਲੈਂਟ ਵਿੰਡਸ ਹੁੰਦੀਆਂ ਨੇ, ਜਾਣੀ ਕਿ ਕਾਫੀ ਭਿਅੰਕਰ ਵਿੰਡਸ ਹੁੰਦੀਆਂ ਨੇ ਜਿਹੜੀਆਂ ਕਿ ਕਾਫੀ ਤੇਜ਼ੀ ਨਾਲ ਚੱਲਦੀਆਂ ਨੇ, ਮੋਰ ਦੈਨ 63 ਕਿਲੋਮੀਟਰ ਪਰ ਆਵਰਸ ਤੋਂ। ਤਾਂ ਇਹ ਨਾਰਥ ਅਮਰੀਕਾ ਦੇ ਵਿੱਚ ਵੀ ਮਿਲਦਾ ਵਾ, ਸਾਊਥ ਈਸਟ ਏਸ਼ੀਆ ਦੇ ਵਿੱਚ ਵੀ ਮਿਲਦਾ ਵਾ ਅਤੇ ਇੰਡੀਆ ਦੇ ਵਿੱਚ ਵੀ ਇਹ ਮਿਲਦਾ ਵਾ। ਬਟ ਕੈਨ ਬੀ ਆ ਕਾਜ਼ ਟੂ ਦੀਆਂ ਲੈਂਡਸਲਾਈਡਿੰਗ। ਜਿਹੜੀਆਂ ਲੈਂਡਸਲਾਈਡਿੰਗ ਹੁੰਦੀਆਂ ਨੇ ਉਹਦਾ ਕੀ ਕਾਰਨ ਹੈ? ਦੀਆਂ ਲੈਂਡਸਲਾਈਡਿੰਗ ਕਾਜ਼ ਟੂ ਦੀਆਂ ਇੰਟਰਨਲ ਫੋਰਸ ਆਫ ਟੂ ਦੀ ਅਰਥ। ਅਰਥ ਦੇ ਵਿੱਚ ਜਿਹੜੀਆਂ ਇੰਟਰਨਲ ਫੋਰਸਿਸ ਨੇ ਉਹਦੇ ਕਰਕੇ ਹੁੰਦੀਆਂ ਨੇ। ਹੈਵੀ ਰੇਨ, ਜ਼ਿਆਦਾ ਮੀਂਹ ਪੈਣ ਕਰਕੇ, ਜਾਂ ਮਾਈਨ ਕਰਕੇ, ਵੀ ਜਿਹੜਾ ਅਸੀਂ ਖਣਿਜ ਕੱਢਦੇ ਹਾਂ ਬਾਹਰ ਜਾਂ ਕੋਲਾ ਕੱਢਣ ਦੇ ਕਰਕੇ ਹੁੰਦਾ ਵਾ। ਵਟ ਡੂ ਯੂ ਮੀਨਸ ਬਾਈ ਦੀਆਂ ਹਿਊਮਨ ਡਿਜ਼ਾਸਟਰਸ। ਜਿਹੜੀ ਹਿਊਮਨ ਡਿਜ਼ਾਸਟਰ ਨੇ ਉਹਦਾ ਮਤਲਬ ਕੀ ਆ? ਦੀਆਂ ਹਿਊਮਨ ਡਿਜ਼ਾਸਟਰਸ ਆਰ ਰਿਲੇਟਡ ਵਿਦ ਦੀਆਂ ਹਿਊਮਨ ਐਕਟੀਵਿਟੀ। ਜਿਹੜੀਆਂ ਹਿਊਮਨ ਜਿਹੜੇ ਮਨੁੱਖ ਦੁਆਰਾ ਲਿਆਂਦੀਆਂ ਗਈਆਂ ਆਪਦਾਵਾਂ ਹੁੰਦੀਆਂ ਨੇ ਉਹਨੂੰ ਅਸੀਂ ਹਿਊਮਨ ਡਿਜ਼ਾਸਟਰਸ ਕਹਿੰਦੇ ਹਾਂ। ਜਿਵੇਂ ਬੰਬ ਬਲਾਸਟ ਕਰਨਾ ਜਾਂ ਟੈਰਰਿਜ਼ਮ ਇਜ਼ ਐਨ ਐਗਜ਼ਾਮਪਲ। ਵੀ ਜਿਹੜਾ ਬੰਬ ਫਟਣਾ ਜਾਂ ਆਤੰਕਵਾਦੀਆਂ ਨੂੰ ਲਿਆਉਣਾ ਇਹ ਸਭ ਤੋਂ ਵੱਡੀ ਐਗਜ਼ਾਮਪਲਸ ਨੇ। ਵਟ ਡੂ ਯੂ ਅੰਡਰਸਟੈਂਡ ਫਰੋਮ ਟੂ ਦੀਆਂ ਟਰਮਸ ਆਫ ਪੈਂਡੇਮਿਕ। ਪੈਂਡੇਮਿਕ ਦਾ ਮਤਲਬ ਕੀ ਆ? ਆਪਦਾ, ਜਾਂ ਫਿਰ ਤੁਸੀਂ ਕਹਿ ਦਿਓ ਮਹਾਂਮਾਰੀ ਦਾ ਕੀ ਮਤਲਬ ਆ? ਵੈਨ ਦੀ ਡਿਜ਼ੀਜ਼ ਬ੍ਰੇਕ
breaks out of to the large scale and attack to the human, it is called to the pandemics, dysenteries, dengues, yellow fevers, cholera's are to the pandemics। ਵੀ ਜਿਹੜੀਆਂ ਉਹ ਡਿਜ਼ੀਜ਼ ਜਿਹੜੀਆਂ ਕਿ ਬੰਦੇ ਨੂੰ ਕਾਫੀ ਲਾਰਜ ਸਕੇਲ ਦੇ ਉੱਤੇ ਅਟੈਕ ਕਰਦੀਆਂ ਨੇ ਉਹਨੂੰ ਅਸੀਂ ਕਹਿੰਦੇ ਹਾਂ ਮਹਾਮਾਰੀਆਂ ਕਹਿ ਦਿੰਦੇ ਆ, ਜਿਵੇਂ ਕਿ ਪੀਲੀਆ ਹੋ ਗਿਆ, ਪੀਲੀਆ ਬੁਖਾਰ ਹੋ ਗਿਆ, ਡੇਂਗੂ ਹੋ ਗਿਆ, ਹੈਜਾ ਹੋ ਗਿਆ, ਇਹ ਸਾਰੀਆਂ ਇਹਦੀਆਂ ਐਗਜ਼ਾਮਪਲ ਨੇ। ਆਈ ਹੋਪ ਤੁਹਾਨੂੰ ਇਹ ਸੈਸ਼ਨ ਪੂਰਾ ਵਧੀਆ ਲੱਗਿਆ ਹੋਵੇਗਾ, ਤੁਹਾਨੂੰ ਇਸ ਚੈਪਟਰ ਦੀ ਟਰਾਂਸਲੇਸ਼ਨ ਵੀ ਪਸੰਦ ਆਈ ਹੋਵੇਗੀ ਅਤੇ ਮੈਂ ਇਹਨੂੰ ਪ੍ਰੋਪਰ ਅਤੇ ਈਜ਼ੀ ਵੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਈ ਹੋਪ ਤੁਹਾਨੂੰ ਇਹ ਪੂਰਾ ਚੈਪਟਰ ਸਮਝ ਆਇਆ ਹੋਵੇਗਾ। ਇਹ ਜਿਹੜੇ ਕੁਐਸਚਨ ਆਨਸਰ ਨੇ ਤੁਸੀਂ ਆਪਣੀ ਕਾਪੀ ਦੇ ਉੱਤੇ ਨੋਟ ਡਾਊਨ ਕਰ ਲੈਣੇ ਆ। ਜੇਕਰ ਫਿਰ ਵੀ ਤੁਹਾਨੂੰ ਕੋਈ ਚੀਜ਼ ਦੀ ਪ੍ਰੋਬਲਮ ਹੋਵੇ ਤਾਂ ਮੈਨੂੰ ਜ਼ਰੂਰ ਮੇਰੇ ਕਮੈਂਟ ਬਾਕਸ ਦੇ ਵਿੱਚ ਲਿਖੋ ਤਾਂ ਜੋ ਮੈਂ ਉਹਦਾ ਸੋਲੂਸ਼ਨ ਪਾ ਸਕਾਂ। ਐਂਡ ਜੇਕਰ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸੈਸ਼ਨ ਨੂੰ ਲਾਈਕ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ। ਥੈਂਕਸ ਅ ਲੋਟ ਵਾਚਿੰਗ ਫॉर